ਮੇਰੇ ਅਰਬੀ ਮਾਲਕ ਨੇ 2 ਕਰੋੜ ਦੀ ਆਫਰ ਦਿੱਤੀ। ਮੈਂ ਸ਼ਾਦੀशुदा ਸੀ, ਪਰ 2 ਕਰੋੜ ਦਾ ਸੁਣ ਕੇ ਮੇਰੀ ਨੀਅਤ ਬਦਲਣ ਲੱਗੀ ਤੇ ਫਿਰ ਮਾਲਕ ਤੋਂ 10 ਦਿਨ ਦੀ ਮੋਹਲਤ ਮੰਗੀ ਤੇ ਸੋਚਣ ਲੱਗੀ, ਕਿਉਂਕਿ ਇੰਨੀ ਸਾਰੀ ਰਕਮ ਸਾਰੀ ਜ਼ਿੰਦਗੀ ਵਿੱਚ ਨਹੀਂ ਕਮਾ ਸਕਦੀ ਸੀ ਤੇ ਅਰਬੀ ਦਾ ਆਫਰ ਕਬੂਲ ਕਰ ਲਿਆ। ਪਰ ਪਹਿਲੀ ਰਾਤ ਹੀ ਮੇਰੇ ਹੋਸ਼ ਉੱਡ ਗਏ ਜਦੋਂ ਮੈਂ ਪੂਰੀ ਰਾਤ ਸਕੂਨ ਨਾਲ ਸੌਂ ਨਹੀਂ ਪਾਈ ਸੀ। ਅੱਖਾਂ ਬੰਦ ਕਰਦੀ ਤਾਂ ਮੈਨੂੰ ਨੋਟਾਂ ਦੇ ਬੰਡਲ ਨਜ਼ਰ ਆਉਣ ਲੱਗਦੇ। ਅੱਖਾਂ ਖੋਲ੍ਹਦੀ ਤਾਂ ਉੱਥੇ ਪੁਰਾਣਾ ਜਿਹਾ ਕਮਰਾ ਤੇ ਛੱਤ ਤੇ ਲੱਗਿਆ ਟੁੱਟਿਆ ਜਿਹਾ ਪੱਖਾ ਨਜ਼ਰ ਆਉਣ ਲੱਗਦਾ, ਜੋ ਪੁਰਾਣਾ ਤੇ ਖਰਾਬ ਹੋਣ ਦੀ ਵਜ੍ਹਾ ਨਾਲ ਇੰਨਾ ਹੌਲੀ ਚੱਲ ਰਿਹਾ ਸੀ ਕਿ ਚੱਲਣ ਦੇ ਬਾਵਜੂਦ ਵੀ ਪਸੀਨੇ ਨਾਲ ਭਿੱਜ ਚੁੱਕੀ ਸੀ। ਮੈਂ ਇੱਕਦਮ ਹੀ ਉੱਠ ਕੇ ਬੈਠ ਗਈ। ਆਪਣੇ ਬਰਾਬਰ ਨਜ਼ਰ ਫੇਰੀ ਤਾਂ ਮੇਰੇ ਬਰਾਬਰ ਮੇਰਾ ਪਤੀ ਇਸ ਗਰਮੀ ਤੇ ਬਹੁਤ ਪਸੀਨੇ ਵਿੱਚ ਬੇਖਬਰ ਸੌਂ ਰਿਹਾ ਸੀ। ਕੱਲ ਤੱਕ ਤਾਂ ਮੈਂ ਵੀ ਥਕਾਨ ਨਾਲ ਚੂਰ ਗਰਮੀ ਵਿੱਚ ਸੌਂ ਜਾਇਆ ਕਰਦੀ ਸੀ, ਪਰ ਜੋ ਵਾਕਿਆ ਅੱਜ ਮੇਰੇ ਨਾਲ ਹੋਇਆ ਸੀ ਉਸਨੇ ਮੇਰੀ ਨੀਂਦ ਉਡਾ ਕੇ ਰੱਖ ਦਿੱਤੀ। ਮੈਂ ਆਪਣੇ ਅਰਬੀ ਮਾਲਕ ਤੋਂ ਬਸ 2 ਦਿਨ ਦੀ ਮੋਹਲਤ ਮੰਗੀ ਸੀ ਤੇ ਮੈਂ ਜਦੋਂ ਤੋਂ ਘਰ ਵਾਪਸ ਆਈ ਸੀ ਤਾਂ ਲਗਾਤਾਰ ਸੋਚ ਰਹੀ ਸੀ ਕੀ ਕਰਾਂ ਕੀ ਨਾ ਕਰਾਂ। 2 ਕਰੋੜ ਕੋਈ ਛੋਟੀ ਰਕਮ ਤਾਂ ਨਹੀਂ ਹੁੰਦੀ, ਬਹੁਤ ਵੱਡੀ ਸੀ। ਮੇਰੇ ਤਮਾਮ ਮਸਲੇ ਮਾਲਕ ਦੇ 2 ਕਰੋੜ ਦੀ ਵਜ੍ਹਾ ਨਾਲ ਹੱਲ ਹੋ ਸਕਦੇ ਸੀ, ਪਰ ਇਸ ਰਕਮ ਲਈ ਜੋ ਚੀਜ਼ ਉਹਨਾਂ ਨੇ ਮੇਰੇ ਤੋਂ ਮੰਗੀ ਸੀ ਉਹ ਵੀ ਕੋਈ ਛੋਟੀ ਨਹੀਂ ਸੀ, ਬਹੁਤ ਵੱਡੀ ਗੱਲ ਸੀ, ਕਿਉਂਕਿ ਮੈਂ ਇੱਕ ਵਿਆਹੀ ਹੋਈ ਔਰਤ ਸੀ। ਮੈਂ ਕਿਵੇਂ ਉਹਨਾਂ ਨਾਲ ਉਹ ਸਭ ਕੁਝ ਕਰ ਸਕਦੀ ਸੀ ਜਿਸ ਦੇ ਹਰਜਾਨੇ ਦੇ ਰੂਪ ਵਿੱਚ ਉਹ ਮੈਨੂੰ 2 ਕਰੋੜ ਦੇ ਰਹੇ ਸੀ। ਮੈਂ ਪਹਿਲਾਂ ਤਾਂ ਮਾਲਕ ਦੀ ਗੱਲ ਸੁਣ ਕੇ ਹੀ ਮਨਾ ਕਰ ਦਿੱਤਾ, ਪਰ ਅਗਲੇ ਹੀ ਪਲ ਮੈਨੂੰ ਆਪਣੀ ਗਰੀਬੀ ਦਾ ਖਿਆਲ ਆਉਣ ਲੱਗਿਆ। ਮੈਂ ਕਿਹਾ, ਮੈਨੂੰ 2 ਦਿਨਾਂ ਦੀ ਮੋਹਲਤ ਦੇ ਦਿਓ, ਮੈਨੂੰ ਸੋਚਣ ਲਈ ਸਮਾਂ ਚਾਹੀਦਾ। ਉਹ ਕਹਿਣ ਲੱਗਿਆ, 2 ਦਿਨਾਂ ਤੋਂ ਜ਼ਿਆਦਾ ਸਮਾਂ ਨਹੀਂ ਦੇ ਸਕਦਾ, ਮੈਨੂੰ ਜਦੋਂ 2 ਦਿਨ ਤੱਕ ਜ਼ਰੂਰ ਜਵਾਬ ਦੇ ਦੇਣਾ। ਮੈਂ ਹਾਮੀ ਭਰ ਲਈ ਤੇ ਘਰ ਵਾਪਸ ਆਈ। ਜਦੋਂ ਮੈਂ ਘਰ ਆਈ ਤਾਂ ਮੇਰਾ ਸਾਰਾ ਧਿਆਨ ਮਾਲਕ ਦੀ ਇਸ ਗੱਲ ਨੂੰ ਸੋਚੇ ਜਾ ਰਿਹਾ ਸੀ। ਮੈਂ ਇੱਕ ਫੈਕਟਰੀ ਵਿੱਚ ਕੰਮ ਕਰਦੀ ਸੀ। ਉੱਥੇ ਬੱਚਿਆਂ ਦੇ ਰੈਡੀਮੇਡ ਕੱਪੜੇ ਤਿਆਰ ਕੀਤੇ ਜਾਂਦੇ ਸੀ ਤੇ ਮੈਂ ਉਹਨਾਂ ਔਰਤਾਂ ਦੀ ਸੁਪਰਵਾਈਜ਼ਰ ਸੀ ਜੋ ਉੱਥੇ ਕੱਪੜੇ ਸਿਲਾਈ ਕਰਦੀਆਂ ਸੀ। ਹਾਲਾਂਕਿ ਉੱਥੇ ਮੇਰੇ ਤੋਂ ਪਹਿਲਾਂ ਵੀ 2 ਔਰਤਾਂ ਸੁਪਰਵਾਈਜ਼ਰ ਦੇ ਕੰਮ ਨੂੰ ਅੰਜਾਮ ਦੇ ਰਹੀਆਂ ਸੀ, ਪਰ ਮਾਲਕ ਜਿਸ ਕਦਰ ਮੇਰੇ ਨਾਲ ਨਰਮੀ ਤੇ ਪਿਆਰ ਨਾਲ ਪੇਸ਼ ਆਉਂਦਾ ਸੀ, ਬਾਕੀ ਸਟਾਫ ਨਾਲ ਉਹਨਾਂ ਦਾ ਸੁਭਾਅ ਇੱਦਾਂ ਨਹੀਂ ਸੀ। ਉਹ ਬਾਕੀ ਵਰਕਰਾਂ ਨਾਲ ਸਖਤ ਲਹਿਜੇ ਵਿੱਚ ਗੱਲ ਕਰਦੇ ਸੀ। ਮੈਂ ਪਿਛਲੇ 6 ਮਹੀਨਿਆਂ ਤੋਂ ਨੌਕਰੀ ਕਰ ਰਹੀ ਸੀ। ਉਹਨਾਂ ਮਹੀਨਿਆਂ ਵਿੱਚ ਮਾਲਕ ਜਿੰਨੀ ਮਿਹਰਬਾਨੀ ਮੇਰੇ ਤੇ ਕਰ ਚੁੱਕਿਆ ਸੀ, ਮੇਰੇ ਨਾਲ ਦਫ਼ਤਰ ਦੇ ਦੂਜੇ ਨੌਕਰ ਵੀ ਹੈਰਾਨ ਸੀ। ਅਕਸਰ ਔਰਤਾਂ ਮੈਨੂੰ ਇਹ ਕਹਿਣ ਲੱਗੀਆਂ ਕਿ ਅਸੀਂ ਇਸ ਦਫ਼ਤਰ ਵਿੱਚ ਪਿਛਲੇ 3 ਸਾਲਾਂ ਤੋਂ ਕੰਮ ਕਰ ਰਹੀਆਂ, ਪਰ ਮਾਲਕ ਨੇ ਸਾਡੀ ਤਾਂ ਤਨਖਾਹ ਤਾਂ ਨਹੀਂ ਵਧਾਈ ਤੇ ਤੈਨੂੰ ਨੌਕਰੀ ਕਰਦੇ ਹੋਏ ਹੁਣ ਕੁਝ ਕੁ ਮਹੀਨੇ ਹੋਏ ਆ, ਤੇਰੀ ਤਨਖਾਹ ਵੀ ਵਧਾ ਦਿੱਤੀ, ਇਹਨੂੰ ਬੋਨਸ ਵੀ ਦੇ ਦਿੱਤਾ, ਇੱਦਾਂ ਵੀ ਤੂੰ ਕੀ ਕੰਮ ਕਰਦੀ ਆ। ਮੈਨੂੰ ਖੁਦ ਮਾਲਕ ਦੀ ਇਸ ਕਿਸਮ ਦੀ ਮਿਹਰਬਾਨੀ ਤੇ ਵਜ੍ਹਾ ਸਮਝ ਨਹੀਂ ਆ ਰਹੀ ਸੀ। ਇੱਕ ਔਰਤ ਤਾਂ ਕਹਿਣ ਲੱਗੀ, ਬਸ ਮਾਲਕ ਇਸ ਕੁੜੀ ਦੀ ਖੂਬਸੂਰਤੀ ਤੇ ਮਰ ਮਿਟਿਆ, ਇਸ ਲਈ ਹੀ ਇਸ ਦੀ ਮਿਹਰਬਾਨੀ ਹੋ ਰਿਹਾ, ਨਹੀਂ ਤਾਂ ਇਸ ਕੁੜੀ ਵਿੱਚ ਦੂਜੀ ਕੋਈ ਖੂਬੀ ਤਾਂ ਨਹੀਂ ਆ। ਇਹ ਗੱਲ ਸੁਣ ਕੇ ਮੈਨੂੰ ਇਸ ਤੇ ਗੁੱਸਾ ਆਉਣ ਲੱਗਿਆ। ਮੈਂ ਕਿਹਾ, ਜ਼ੁਬਾਨ ਸੰਭਾਲ ਕੇ ਗੱਲ ਕਰ। ਜੇ ਮਾਲਕ ਮੈਨੂੰ ਤੁਹਾਡੇ ਲੋਕਾਂ ਤੋਂ ਉੱਪਰ ਰੱਖ ਰਹੇ ਹਨ ਤਾਂ ਜਾ ਕੇ ਮਾਲਕ ਤੋਂ ਪੁੱਛੋ, ਮੇਰੇ ਤੇ ਇਲਜ਼ਾਮ ਲਗਾਉਣ ਦੀ ਕੋਈ ਜ਼ਰੂਰਤ ਨਹੀਂ। ਮੈਂ ਵੀ ਚਿਲਾ ਕੇ ਬੋਲੀ। ਮੇਰਾ ਲਹਿਜਾ ਤੇਜ਼ ਹੋਇਆ ਤਾਂ ਬਾਕੀ ਸਟਾਫ ਦੇ ਲੋਕ ਜਮ੍ਹਾਂ ਹੋ ਗਏ। ਔਰਤਾਂ ਵੀ ਮੇਰੇ ਨਾਲ ਲੜਨ ਲੱਗੀਆਂ। ਗੱਲ ਮਾਲਕ ਤੱਕ ਪਹੁੰਚ ਗਈ। ਜਦੋਂ ਮਾਲਕ ਵਜ੍ਹਾ ਪੁੱਛਣ ਲੱਗਿਆ ਤਾਂ ਮੈਂ ਬਿਨਾਂ ਕਿਸੇ ਸ਼ਰਮ ਲਿਹਾਜ਼ ਦੇ ਉਹ ਸਾਰੀ ਗੱਲ ਮਾਲਕ ਨੂੰ ਦੱਸ ਦਿੱਤੀ ਜੋ ਔਰਤਾਂ ਉਹਨਾਂ ਬਾਰੇ ਕਹਿ ਰਹੀਆਂ ਸੀ। ਜਦੋਂ ਸਾਹਿਬ ਦੇ ਸਾਹਮਣੇ ਗੱਲ ਮੈਂ ਦੱਸੀ ਤਾਂ ਮਾਲਕ ਦੀ ਘੂਰਦੀ ਨਜ਼ਰ ਸਾਰੀਆਂ ਔਰਤਾਂ ਤੇ ਪਈ। ਉਹ ਔਰਤਾਂ ਮਾਲਕ ਦੇ ਤੇਵਰ ਦੇਖ ਕੇ ਸ਼ਰਮਿੰਦਾ ਹੋ ਚੁੱਕੀਆਂ ਸੀ। ਮਾਲਕ ਨੇ ਕਿਹਾ ਕਿ ਇਸ ਫੈਕਟਰੀ ਦਾ ਮਾਲਕ ਮੈਂ ਆ, ਮੇਰੀ ਮਰਜ਼ੀ, ਮੈਂ ਜਿਸ ਦੀ ਚਾਹਾਂ ਤਨਖਾਹ ਵਧਾਵਾਂ। ਤੁਸੀਂ ਲੋਕ ਕੌਣ ਹੁੰਦੇ ਹੋ ਕਿਸੇ ਦੇ ਉੱਪਰ ਉਂਗਲੀ ਉਠਾਉਣ ਵਾਲੇ। ਮਾਲਕ ਦੇ ਗੁੱਸੇ ਨਾਲ ਸਾਰੀਆਂ ਔਰਤਾਂ ਦਾ ਮੂੰਹ ਬੰਦ ਹੋ ਗਿਆ। ਮਾਲਕ ਨੇ ਕਿਹਾ, ਅੱਜ ਤੋਂ ਬਾਅਦ ਕਿਸੇ ਨੇ ਇਸ ਦੀ ਤਰ੍ਹਾਂ ਦੀ ਗੱਲ ਫੈਲਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਸ ਨੂੰ ਨੌਕਰੀ ਤੋਂ ਕੱਢ ਦਿਆਂਗਾ। ਮਾਲਕ ਦੀ ਧਮਕੀ ਕੰਮ ਆ ਗਈ ਤੇ ਮੇਰੀ ਜਾਨ ਨੂੰ ਵੀ ਸਕੂਨ ਹੋ ਗਿਆ, ਪਰ ਸ਼ਾਇਦ ਇਹ ਮੇਰੀ ਗਲਤ ਸੋਚ ਸੀ। ਚੰਦ ਮਹੀਨੇ ਬਾਅਦ ਹੀ ਹਕੀਕਤ ਜਦੋਂ ਮੇਰੇ ਸਾਹਮਣੇ ਆਈ ਤਾਂ ਮੈਂ ਚੌਂਕ ਕੇ ਰਹਿ ਗਈ। ਇੱਕ ਦਿਨ ਮਾਲਕ ਨੇ ਮੈਨੂੰ ਕਿਹਾ ਕਿ ਫੈਕਟਰੀ ਬੰਦ ਹੋਣ ਤੋਂ ਬਾਅਦ ਮੈਨੂੰ ਦਫ਼ਤਰ ਵਿੱਚ ਹੀ ਰਹਿ, ਕਿਤੇ ਨਾ ਜਾਵੀਂ, ਉਹਨਾਂ ਨੇ ਮੇਰੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਆ। ਇਹ ਸੁਣ ਕੇ ਮੈਨੂੰ ਹੈਰਾਨੀ ਹੋਈ। ਜਦੋਂ ਸਾਰੀਆਂ ਵਰਕਰ ਛੁੱਟੀ ਤੋਂ ਬਾਅਦ ਇੱਥੋਂ ਨਹੀਂ ਰੁਕਦੀਆਂ ਤਾਂ ਮੈਂ ਕਿਉਂ ਰੁਕਦੀ, ਤੇ ਫਿਰ ਉਹ ਵੀ ਇਕੱਲੀ।
क्योंकि ਇਹ ਹੁਕਮ ਸਿਰਫ ਮੇਰੇ ਲਈ ਸੀ। ਛੁੱਟੀ ਦੇ ਬਾਅਦ ਸਾਰੀਆਂ ਔਰਤਾਂ ਜਾ ਚੁੱਕੀਆਂ ਸੀ ਤੇ ਦੂਜੇ ਕਰਮਚਾਰੀ ਵੀ ਜਾ ਰਹੇ ਸੀ, ਪਰ ਮਾਲਕ ਬਹੁਤ ਸਕੂਨ ਨਾਲ ਆਪਣੇ ਦਫ਼ਤਰ ਦੇ ਕਮਰੇ ਵਿੱਚ ਬੈਠੇ ਸੀ। ਮੈਂ ਥੋੜਾ ਜਿਹਾ ਦਰਵਾਜ਼ਾ ਖੋਲ੍ਹਿਆ ਤਾਂ ਕਿ ਉਹਨਾਂ ਨੂੰ ਕਹਾਂ ਕਿ ਜੇ ਕੋਈ ਕੰਮ ਆ ਤਾਂ ਮੈਨੂੰ ਦੱਸ ਦੇਣ, ਮੈਨੂੰ ਵੀ ਛੁੱਟੀ ਦੇ ਦੇਣ। ਮੇਰੀ ਦਸਤਕ ਤੇ ਮਾਲਕ ਨੇ ਮੈਨੂੰ ਅੰਦਰ ਆਉਣ ਦੀ ਇਜਾਜ਼ਤ ਦੇ ਦਿੱਤੀ, ਪਰ ਮੈਂ ਅੰਦਰ ਨਹੀਂ ਗਈ। ਬਸ ਦਰਵਾਜ਼ਾ ਖੋਲ੍ਹਿਆ ਤੇ ਦਰਵਾਜ਼ੇ ਦੇ ਗੇਟ 'ਤੇ ਹੀ ਖੜੀ ਹੋ ਗਈ। ਮੈਂ ਕਿਹਾ, ਮਾਲਕ ਜੀ ਕਹੋ ਕੀ ਕਹਿਣਾ। ਤੁਸੀਂ ਤਾਂ ਕਹਿਣ ਲੱਗੇ ਐਵੇਂ ਤਾਂ ਗੱਲ ਨਹੀਂ ਹੋ ਸਕਦੀ, ਤੁਸੀਂ ਅੰਦਰ ਆ ਜਾਓ, ਇੱਥੇ ਬੈਠੋ ਮੇਰੇ ਸਾਹਮਣੇ, ਮੈਨੂੰ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ। ਮੈਂ ਆਪਣੀ ਬਾਂਹ 'ਤੇ ਪੈਣੀ ਘੜੀ ਵੱਲ ਦੇਖ ਕੇ ਫਿਰ ਲੰਬੀ ਸਾਹ ਭਰਦੇ ਹੋਏ ਕੁਰਸੀ 'ਤੇ ਬੈਠ ਗਈ। ਪਰ ਹੈਰਾਨੀ ਮੈਨੂੰ ਉਸ ਸਮੇਂ ਹੋਈ ਜਦੋਂ ਮਾਲਕ ਨੇ ਕੋਈ ਗੱਲ ਨਹੀਂ ਕੀਤੀ, ਬਲਕਿ ਉਹ ਤਾਂ ਮੈਨੂੰ ਬਸ ਗੌਰ ਨਾਲ ਦੇਖ ਰਹੇ ਸੀ, ਨਾਲ ਨਾਲ ਮੁਸਕਰਾ ਵੀ ਰਹੇ ਸੀ। ਮਾਲਕ ਦੀ ਨਜ਼ਰ ਤੋਂ ਮੈਂ ਕੁਝ ਅਜੀਬ ਜਿਹੀ ਸੋਚ ਦਾ ਸ਼ਿਕਾਰ ਹੋਣ ਲੱਗੀ। ਉਸ ਦੇ ਬਾਅਦ ਜੋ ਮਾਲਕ ਨੇ ਮੈਨੂੰ ਕਿਹਾ, ਮੇਰਾ ਤਾਂ ਦਿਮਾਗ ਖੁੱਲ੍ਹ ਕੇ ਰਹਿ ਗਿਆ। ਕਹਿਣ ਲੱਗੇ, ਤੂੰ ਸੱਚੀ ਬਹੁਤ ਸੁੰਦਰ ਆ ਤੇ ਤੁਹਾਨੂੰ ਵੇਖ ਕੇ ਤਾਂ ਮੇਰੀ ਰੂਹ ਖੁਸ਼ ਹੋ ਜਾਂਦੀ ਆ। ਆਪਣੇ ਮਾਲਕ ਦੀ ਇਸ ਤਰ੍ਹਾਂ ਦੀ ਗੱਲ ਸੁਣ ਕੇ ਮੈਂ ਉਹਨਾਂ ਨੂੰ ਬਹੁਤ ਖਤਰਨਾਕ ਤੇਵਰਾਂ ਨਾਲ ਦੇਖਿਆ ਸੀ। ਉਹ ਸ਼ਰਮਿੰਦਾ ਹੋਣ ਦੀ ਬਜਾਏ ਮੁਸਕਰਾਉਣ ਲੱਗੇ। ਮੈਂ ਕਿਹਾ, ਤੁਹਾਨੂੰ ਸ਼ਰਮ ਨਹੀਂ ਆਉਂਦੀ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਕਰਦੇ ਹੋਏ? ਮੈਂ ਕਿਹਾ ਕਿ ਮੈਨੂੰ ਤੁਹਾਡੀ ਨੌਕਰੀ ਨਹੀਂ ਚਾਹੀਦੀ। ਵੈਸੇ ਵੀ ਮੈਂ ਇੰਨੀ ਦੇਰ ਤੱਕ ਇੱਥੇ ਤੁਹਾਡੀ ਇਹ ਫਜ਼ੂਲ ਗੱਲਾਂ ਨਹੀਂ ਸੁਣ ਸਕਦੀ। ਮੇਰਾ ਪਤੀ ਮੇਰਾ ਘਰ ਵਿੱਚ ਇੰਤਜ਼ਾਰ ਕਰ ਰਿਹਾ। ਮੇਰੇ ਮੂੰਹ ਤੋਂ ਇਹ ਗੱਲ ਸੁਣ ਕੇ ਮੇਰਾ ਮਾਲਕ ਮੈਨੂੰ ਘੂਰਦੇ ਹੋਏ ਕਹਿਣ ਲੱਗਿਆ, ਤੂੰ ਵਿਆਹੀ ਹੋਈ ਆ? ਮੈਂ ਕਿਹਾ, ਜੀ ਹਾਂ। ਮੈਂ ਦੇਖਿਆ ਕਿ ਇਹ ਸੁਣ ਕੇ ਮੇਰੇ ਮਾਲਕ ਦੇ ਚਿਹਰੇ 'ਤੇ ਅਜੀਬ ਜਿਹੀ ਖਾਮੋਸ਼ੀ ਛਾ ਗਈ, ਪਰ ਕੁਝ ਦੇਰ ਬਾਅਦ ਪੁੱਛਣ ਲੱਗਿਆ ਕਿ ਜੇ ਤੁਹਾਡਾ ਪਤੀ ਹੈ ਤਾਂ ਨੌਕਰੀ ਕਰਦਾ ਹੈ, ਤਾਂ ਫਿਰ ਤੁਸੀਂ ਕਿਉਂ ਨੌਕਰੀ ਕਰ ਰਹੇ ਹੋ? ਮੈਂ ਕਿਹਾ ਕਿ ਮੇਰੇ ਪਤੀ ਦੀ ਤਨਖਾਹ ਬਹੁਤ ਘੱਟ ਆ, ਇਸ ਲਈ ਮੈਂ ਆਪਣੇ ਪਤੀ ਨੂੰ ਸਹਾਰਾ ਦਿੰਦੀ ਹਾਂ, ਇਸ ਲਈ ਨੌਕਰੀ ਕਰਦੀ ਹਾਂ। ਅਸੀਂ ਦੋਵੇਂ ਕਮਾਉਂਦੇ ਹਾਂ ਤਾਂ ਸਾਡਾ ਘਰ ਚੱਲਦਾ। ਮੇਰੀ ਗੱਲ ਸੁਣ ਕੇ ਉਹ ਬੋਲਿਆ, ਠੀਕ ਆ, ਤੂੰ ਜਾ ਸਕਦੀ ਆ ਤੇ ਤੈਨੂੰ ਮੇਰੀ ਕੋਈ ਗੱਲ ਬੁਰੀ ਲੱਗੀ ਤਾਂ ਮੈਂ ਇਸ ਲਈ ਮਾफ़ੀ ਮੰਗਦਾ। ਤੁਸੀਂ ਕੱਲ੍ਹ ਤੋਂ ਡਿਊਟੀ 'ਤੇ ਆ ਜਾਣਾ। ਉਹ ਬਹੁਤ ਉਦਾਸੀ ਭਰੇ ਅੰਦਾਜ਼ ਵਿੱਚ ਕਹਿ ਰਿਹਾ ਸੀ। ਮੈਂ ਉੱਠ ਕੇ ਉਸਦੇ ਦਫ਼ਤਰ ਤੋਂ ਬਾਹਰ ਚਲੀ ਗਈ। ਮੇਰਾ ਪਤੀ ਵੀ ਨੌਕਰੀ ਕਰਦਾ ਸੀ ਤੇ ਮੈਂ ਵੀ। ਸਾਡੇ ਵਿਆਹ ਨੂੰ 1 ਸਾਲ ਹੋ ਗਿਆ ਸੀ, ਪਰ ਸਾਡੇ ਹੁਣ ਤੱਕ ਕੋਈ ਔਲਾਦ ਨਹੀਂ ਸੀ। ਅਸੀਂ ਹੁਣ ਪੈਦਾ ਵੀ ਨਹੀਂ ਕਰਨਾ ਚਾਹੁੰਦੇ ਸੀ, ਕਿਉਂਕਿ ਇਸ ਲਈ ਸਾਡੇ ਹਾਲਾਤ ਇਸ ਗੱਲ ਨੂੰ ਇਜਾਜ਼ਤ ਨਹੀਂ ਦੇ ਰਹੇ ਸੀ। ਅਸੀਂ ਚਾਹੁੰਦੇ ਸੀ ਕਿ ਪਹਿਲਾਂ ਦੋਵੇਂ ਨੌਕਰੀ ਕਰਕੇ ਆਪਣਾ ਖੁਦ ਦਾ ਘਰ ਖਰੀਦ ਲੱਗੇ, ਆਪਣੀ ਤੰਗੀ ਦੂਰ ਕਰ ਲੱਗੇ, ਫਿਰ ਹੀ ਅਸੀਂ ਔਲਾਦ ਦੇ ਬਾਰੇ ਸੋਚਾਂਗੇ। ਇਸ ਮਾਮਲੇ ਵਿੱਚ ਸਾਡੇ ਦੋਵੇਂ ਪਤੀ ਪਤਨੀ ਦੀ ਇੱਕ ਹੀ ਸੋਚ ਸੀ। ਕੁਝ ਦਿਨਾਂ ਤਾਂ ਮੇਰਾ ਮਾਲਕ ਚੁੱਪ ਰਿਹਾ, ਪਰ ਕੁਝ ਦਿਨ ਬਾਅਦ ਉਸਨੇ ਮੈਨੂੰ ਕਿਹਾ ਕਿ ਉਹ ਮੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨਾ ਚਾਹੁੰਦਾ। ਮੈਂ ਕਿਹਾ, ਤੁਸੀਂ ਮੇਰੇ ਨਾਲ ਕੀ ਗੱਲ ਕਰਨਾ ਚਾਹੁੰਦੇ ਹੋ? ਉਹ ਕਹਿਣ ਲੱਗਿਆ, ਮੈਂ ਬਹੁਤ ਮਜਬੂਰ ਹਾਂ। ਜੇ ਤੁਸੀਂ ਮੇਰੀ ਮਜਬੂਰੀ ਹੱਲ ਕਰ ਦੇਵੋ ਤਾਂ ਮੈਂ ਤੁਹਾਡੀ ਪਰੇਸ਼ਾਨੀ ਨੂੰ ਦੂਰ ਕਰ ਸਕਦਾ। ਮੈਂ ਪੁੱਛਿਆ ਕਿ ਮੈਂ ਤੁਹਾਡੀ ਗੱਲ ਦਾ ਮਤਲਬ ਨਹੀਂ ਸਮਝੀ। ਮੈਂ ਸੱਚੀ ਹੀ ਨਹੀਂ ਸਮਝੀ ਸੀ। ਫਿਰ ਜੋ ਗੱਲ ਉਸਨੇ ਮੈਨੂੰ ਦੱਸੀ ਉਹ ਸੁਣ ਕੇ ਮੇਰਾ ਦਿਮਾਗ ਚਕਰਾ ਕੇ ਰਹਿ ਗਿਆ। ਉਸਨੇ ਕਿਹਾ ਕਿ ਉਹ ਮੈਨੂੰ ਹੁਣੇ ਹੀ 2 ਕਰੋੜ ਰਕਮ ਦੇਣ ਨੂੰ ਤਿਆਰ ਆ, ਪਰ ਬਦਲੇ ਵਿੱਚ ਮੈਨੂੰ ਉਸਦੀ ਗੱਲ ਮੰਨਣੀ ਪਵੇਗੀ। ਉਹ ਗੱਲ ਇੰਨੀ ਮਾਮੂਲੀ ਜਿਹੀ ਤਾਂ ਨਹੀਂ ਸੀ ਜੋ ਮੈਂ ਮੰਨ ਜਾਂਦੀ। ਪਹਿਲਾਂ ਤਾਂ ਮੈਂ ਤੁਰੰਤ ਮਨਾ ਕਰ ਦਿੱਤਾ। ਉਸਨੇ ਮੈਨੂੰ ਕਿਹਾ ਕਿ ਮੈਂ ਸੋਚ ਸਮਝ ਕੇ ਜਵਾਬ ਦੇਵਾਂ। ਮੈਂ ਸੋਚਾਂ 'ਚ ਪੈ ਗਈ, ਕਿਉਂਕਿ ਇਹ ਰਕਮ ਬਹੁਤ ਵੱਡੀ ਸੀ ਤੇ ਮੇਰੀ ਹਰ ਜ਼ਰੂਰਤ ਤੇ ਹਰ ਮਸਲੇ ਦਾ ਹੱਲ ਵੀ। ਇਸ ਲਈ ਮੈਂ 2 ਦਿਨ ਦਾ ਸਮਾਂ ਮੰਗਿਆ। ਫਿਰ ਜਿਵੇਂ ਹੀ ਮੈਂ ਉੱਠ ਕੇ ਉਸਦੇ ਦਫ਼ਤਰ ਤੋਂ ਬਾਹਰ ਜਾਣ ਲੱਗੀ, ਉਸਨੇ ਮੈਨੂੰ ਕਿਹਾ ਕਿ ਉਹ 2 ਦਿਨਾਂ ਤੋਂ ਜ਼ਿਆਦਾ ਸਮਾਂ ਨਹੀਂ ਦੇ ਸਕਦੇ। ਮੈਂ ਉਸ ਨੂੰ 2 ਦਿਨ ਦੇ ਅੰਦਰ ਅੰਦਰ ਜਵਾਬ ਦੇ ਦੇਵਾਂ। ਮਤਲਬ ਇਹ ਸੀ ਕਿ ਮੈਨੂੰ ਹੁਣ ਆਪਣੇ ਪਤੀ ਨਾਲ ਇਹ ਗੱਲ ਕਰਨੀ ਚਾਹੀਦੀ ਸੀ। ਹੁਣ ਤੱਕ ਅਸੀਂ ਦੋਵੇਂ ਪਤੀ ਪਤਨੀ ਇੱਕ ਦੂਜੇ ਦਾ ਸਾਥ ਦੇ ਰਹੇ ਸੀ ਤੇ ਇੱਕ ਦੂਜੇ ਨੂੰ ਸਮਝ ਕੇ ਆਪਣੇ ਹਾਲਾਤਾਂ ਨੂੰ ਚੰਗਾ ਬਣਾਉਣ ਲਈ ਦੋਵੇਂ ਹੀ ਦਿਲ ਜਾਨ ਤੋਂ ਮਿਹਨਤ ਕਰ ਰਹੇ ਸੀ। ਪਰ ਹੁਣ ਜੋ ਗੱਲ ਮੈਨੂੰ ਆਪਣੇ ਪਤੀ ਨਾਲ ਕਰਨੀ ਸੀ ਉਹ ਛੋਟੀ ਨਹੀਂ ਸੀ। ਮੈਨੂੰ 80% ਇਸ ਵਿੱਚ ਗੱਲ ਦਾ ਯਕੀਨ ਸੀ ਕਿ ਉਹ ਮਨਾ ਕਰ ਦੇਵੇਗਾ। ਬਸ 20% ਸਹੀ ਲੱਗਦਾ ਸੀ, ਸ਼ਾਇਦ ਮੰਨ ਜਾਵੇਗਾ, ਮੈਨੂੰ ਸਮਝਣ ਦੀ ਕੋਸ਼ਿਸ਼ ਕਰੇਗਾ, ਤੇ ਜੇ ਮੇਰਾ ਪਤੀ ਮੇਰੀ ਗੱਲ ਮੰਨ ਜਾਂਦਾ ਤਾਂ ਬਸ 1 ਸਾਲ ਦੀ ਗੱਲ ਸੀ। ਉਸ ਤੋਂ ਬਾਅਦ ਤਾਂ ਅਸੀਂ ਮਾਲਾਮਾਲ ਹੋ ਜਾਂਦੇ ਤੇ ਬਹੁਤ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਸੀ। ਪਰ ਉਹ ਗੱਲ ਇੰਨੀ ਵੀ ਆਮ ਨਹੀਂ ਸੀ। ਮੈਂ ਆਪਣੇ ਪਤੀ ਨੂੰ ਬੇਝਿਜਕ ਹੋ ਕੇ ਕਹਿੰਦੀ, ਮੈਨੂੰ ਤਾਂ ਇਹ ਵੀ ਡਰ ਸੀ ਕਿ ਕਿਤੇ ਗੁੱਸੇ ਵਿੱਚ ਮੇਰੇ ਮੂੰਹ 'ਤੇ ਥੱਪੜ ਹੀ ਨਾ ਮਾਰ ਦੇਵੇ, ਕਿਉਂਕਿ ਗੱਲ
ਉਸ ਦੀ ਇੱਜ਼ਤ ਤੇ ਜਾ ਲੱਗਦੀ ਸੀ। ਕੋਈ ਵੀ ਮਰਦ ਆਪਣੀ ਇੱਜ਼ਤ ਤੇ ਇਦਾਂ ਦੀ ਗੱਲ ਬਰਦਾਸ਼ਤ ਨਹੀਂ ਕਰਦਾ। ਮੇਰੀ ਪੂਰੀ ਰਾਤ ਅੱਖਾਂ ਵਿੱਚ ਹੀ ਗੁਜ਼ਰੀ ਸੀ। ਮੈਂ ਬਸ ਇਹੀ ਸੋਚਦੀ ਰਹੀ ਕਿ ਪਤੀ ਨਾਲ ਕਿਵੇਂ ਗੱਲ ਕਰਾਂ। ਮੇਰੇ ਕੋਲ ਸਿਰਫ 2 ਦਿਨ ਸੀ ਜਿਸ ਵਿੱਚ ਮੈਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਅਹਿਮ ਵੱਡਾ ਫੈਸਲਾ ਕਰਨਾ ਸੀ। ਸਾਡੇ ਖਰਚੇ ਜ਼ਿਆਦਾ ਸੀ ਤੇ ਪੈਸੇ ਘੱਟ। ਜੋ ਸਾਡੇ ਹਾਲਾਤ ਸੀ, ਅਸੀਂ ਤਾਂ ਦੋਵੇਂ ਮਿਲ ਕੇ ਕੰਮ ਕਰਦੇ ਤਾਂ ਉਦੋਂ ਜਾ ਕੇ ਮਹੀਨੇ ਦਾ ਗੁਜ਼ਾਰਾ ਚੱਲਦਾ ਸੀ। ਇਸ ਤਨਖਾਹ ਨਾਲ ਅਸੀਂ ਕਦੇ ਵੀ ਆਪਣਾ ਘਰ ਨਹੀਂ ਬਣਾ ਸਕਦੇ ਸੀ। ਹਾਲਾਂਕਿ ਮੈਂ ਮਿਹਨਤ ਇਸ ਲਈ ਕਰ ਰਹੀ ਸੀ ਤਾਂ ਕਿ ਪੈਸਿਆਂ ਨੂੰ ਇਕੱਠਾ ਕਰਕੇ ਅਸੀਂ ਆਪਣਾ ਖੁਦ ਦਾ ਘਰ ਖਰੀਦ ਸਕੀਏ ਤੇ ਕਿਰਾਏ ਦੇ ਘਰ ਦਾ ਝੰਜਟ ਤੋਂ ਜਾਨ ਹੀ ਛੁੱਟ ਜਾਵੇ। ਮੈਂ ਫੈਕਟਰੀ ਦੇ ਵਿੱਚ ਹੀ ਗਾਇਬ ਦਿਮਾਗੀ ਜਿਹੀ ਹੋ ਗਈ। ਦਿਮਾਗ ਬਸ ਇੱਕ ਹੀ ਗੱਲ ਸੋਚੀ ਜਾ ਰਿਹਾ ਸੀ ਕਿ ਐਵੇਂ ਦਾ ਕੀ ਕਰਾਂ ਕਿ ਮੇਰਾ ਪਤੀ ਮੇਰੀ ਗੱਲ ਮੰਨ ਜਾਵੇ। ਰਾਤ ਨੂੰ ਮੈਂ ਆਪਣੇ ਪਤੀ ਦੀ ਪਸੰਦ ਦਾ ਖਾਣਾ ਬਣਾਇਆ। ਉਸ ਨੂੰ ਦੇਖ ਕੇ ਤਾਂ ਉਸ ਦਾ ਚਿਹਰਾ ਚਮਕ ਗਿਆ। ਫਿਰ ਉਹ ਕਹਿਣ ਲੱਗਿਆ, ਇਹ ਚੀਜ਼ ਨਾ ਬਣਾਇਆ ਕਰ, ਇੰਨੀ ਮਹਿੰਗੀ ਚੀਜ਼। ਜਾਣਦੀ ਆ ਸਾਡੇ ਘਰ ਦੇ ਹਾਲਾਤ ਕਿਵੇਂ ਦੇ ਆ। ਇਹੀ ਪੈਸੇ ਸਾਡੇ 4 ਦਿਨਾਂ ਦਾ ਸਾਦਾ ਖਾਣਾ ਬਣਾਉਣ ਲਈ ਵਿੱਚ ਲੱਗਦੇ ਸੀ। ਤੂੰ ਇੱਕ ਦਿਨ ਵਿੱਚ ਹੀ ਇੰਨਾ ਚੰਗਾ ਖਾਣਾ ਬਣਾ ਲਿਆ। ਉਸਨੇ ਪਲੇਟ ਵਿੱਚ ਖਾਣਾ ਪਾਉਂਦੇ ਹੋਏ ਕਿਹਾ। ਮੈਂ ਕਿਹਾ ਕਿ ਅਸੀਂ ਸਾਰੀ ਜ਼ਿੰਦਗੀ ਇਹੀ ਸੋਚਦੇ ਰਹਾਂਗੇ ਕਿ ਇੱਥੋਂ ਪੈਸਾ ਬਚਾ ਲੱਗੇ ਤਾਂ ਉੱਥੇ ਕੰਮ ਆ ਜਾਣਗੇ। ਕਦੇ ਇਹ ਨਹੀਂ ਸੋਚ ਸਕਦੇ ਕਿ ਅਸੀਂ ਬਿਨਾਂ ਸੋਚੇ ਸਮਝੇ ਪੈਸਾ ਖਰਚ ਕਰੀਏ, ਜੋ ਜੀ ਚਾਹੇ ਖਾਈਏ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਿਆ, ਹਾਲਾਤ ਤੇਰੇ ਸਾਹਮਣੇ ਹੀ ਹਨ। ਸਾਡੇ ਨਸੀਬ ਵਿੱਚ ਸਭ ਐਸ਼ੋ ਆਰਾਮ ਨਹੀਂ ਹੈ। ਉਸਨੇ ਰੋਟੀ ਦੀ ਬੁਰਕੀ ਤੋੜੀ ਤੇ ਖਾਣ ਲੱਗਿਆ। ਮੈਂ ਕਿਹਾ ਕਿ ਮੈਨੂੰ ਇੱਕ ਆਫਰ ਮਿਲੀ ਆ, ਜੇ ਤੂੰ ਮੇਰਾ ਸਾਥ ਦੇਵੇਂ ਤਾਂ 1 ਸਾਲ ਵਿੱਚ ਕਰੋੜਪਤੀ ਬਣ ਸਕਦੇ ਆ। ਮੇਰੀ ਗੱਲ ਸੁਣ ਕੇ ਉਹ ਖਾਣਾ ਭੁੱਲ ਗਿਆ ਸੀ। ਕਹਿਣ ਲੱਗਿਆ, ਕੀ ਕਿਹਾ ਤੂੰ? ਇਦਾਂ ਦੀ ਕਿਹੜੀ ਆਫਰ ਮਿਲ ਗਈ ਤੈਨੂੰ? ਮੈਂ ਡਰਦੇ ਡਰਦੇ ਹੌਲੀ ਜਿਹੀ ਸਾਰੀ ਗੱਲ ਦੱਸੀ। ਬਹੁਤ ਖਾਮੋਸ਼ੀ ਨਾਲ ਉਸਨੇ ਮੇਰੀ ਗੱਲ ਸੁਣੀ ਪਰ ਖਾਣਾ ਉੱਥੇ ਹੀ ਛੱਡ ਦਿੱਤਾ। ਇਹ ਦੇਖ ਕੇ ਮੇਰਾ ਦਿਲ ਧੜਕਣਾ ਭੁੱਲ ਗਿਆ। ਕੁਝ ਦੇਰ ਕੁਝ ਨਹੀਂ ਬੋਲਿਆ, ਸੋਚਦਾ ਰਿਹਾ, ਮੇਰੇ ਵੱਲ ਦੇਖਦਾ ਰਿਹਾ। ਮੈਂ ਉਸਦੇ ਜਵਾਬ ਦੇ ਇੰਤਜ਼ਾਰ ਵਿੱਚ ਸੀ। ਸਮਝ ਨਹੀਂ ਪਾ ਰਹੀ ਸੀ ਕਿਵੇਂ ਪੁੱਛਾਂ ਜਾਂ ਨਾ ਪੁੱਛਾਂ। ਫਿਰ ਮੈਂ ਕਿਹਾ ਕਿ ਮੈਂ ਸੋਚ ਰਹੀ ਹਾਂ ਕੱਲ ਜਾ ਕੇ ਆਪਣੇ ਮਾਲਕ ਨੂੰ ਮਨਾ ਕਰ ਦੇਵਾਂ। ਇਹ ਗੱਲ ਸੁਣ ਕੇ ਉਸਨੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗਿਆ ਕਿ ਤੂੰ ਮੈਨੂੰ ਬਹੁਤ ਵੱਡੇ ਇਮਤਿਹਾਨ ਵਿੱਚ ਪਾ ਰਹੀ ਦਿੱਤਾ। ਪਰ ਜੋ ਰਕਮ ਤੇਰੇ ਮਾਲਕ ਨੇ ਕਹੀ ਆ, ਉਹ ਰਕਮ ਇੰਨੀ ਜ਼ਿਆਦਾ ਕਿ ਮੈਂ ਸਮਝ ਨਹੀਂ ਪਾ ਰਿਹਾ ਕਿ ਤੈਨੂੰ ਕੀ ਜਵਾਬ ਦੇਵਾਂ। ਸ਼ਾਇਦ ਉਹ ਵੀ ਮੇਰੀ ਤਰ੍ਹਾਂ ਹੀ ਉਲਝਿਆ ਹੋਇਆ ਸੀ ਤੇ ਉਸ ਪਰੇਸ਼ਾਨੀ ਤੋਂ ਗੁਜ਼ਰ ਰਿਹਾ ਸੀ ਜਿਸ ਨੂੰ ਮੈਂ ਸਮਝ ਨਹੀਂ ਪਾ ਰਹੀ ਸੀ। ਉਸ ਦੀ ਵੀ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੇ ਤੇ ਕੀ ਨਾ ਕਰੇ। ਫਿਰ ਉਸਨੇ ਮੈਨੂੰ ਕਿਹਾ ਕਿ ਠੀਕ ਆ, ਤੂੰ ਆਪਣੇ ਮਾਲਕ ਦੀ ਗੱਲ ਮੰਨ ਲੈ। ਅਸਲ ਵਿੱਚ ਮੇਰੇ ਮਾਲਕ ਨੇ ਇਹ ਕਿਹਾ ਸੀ ਕਿ ਉਹ ਬੇਔਲਾਦ ਆ ਤੇ ਉਸ ਦੀ ਪਤਨੀ ਬਾਂਝ ਆ। ਉਸ ਦੇ ਔਲਾਦ ਨਹੀਂ ਹੋ ਸਕਦੀ ਤੇ ਉਹ ਆਪਣੀ ਪਤਨੀ ਨੂੰ ਛੱਡ ਵੀ ਨਹੀਂ ਸਕਦਾ ਕਿਉਂਕਿ ਸਾਰਾ ਕਾਰੋਬਾਰ ਉਸ ਦੀ ਪਤਨੀ ਦੇ ਨਾਮ ਤੇ ਆ। ਉਹ ਕਹਿਣ ਲੱਗਿਆ ਕਿ ਉਸ ਨੂੰ ਖੂਬਸੂਰਤ ਬੱਚਾ ਚਾਹੀਦਾ ਕਿਉਂਕਿ ਮੈਂ ਖੂਬਸੂਰਤ ਹਾਂ। ਮੈਨੂੰ ਦੇਖ ਕੇ ਉਸ ਨੂੰ ਇਹ ਖਿਆਲ ਆਇਆ, ਇਸ ਲਈ ਮੈਂ ਤੇਰੇ ਤੇ ਜ਼ਿਆਦਾ ਮਿਹਰਬਾਨੀ ਕਰ ਰਿਹਾ। ਜੇ ਤੂੰ ਵਿਆਹੀ ਨਾ ਹੁੰਦੀ ਤਾਂ ਤੂੰ ਮੇਰੇ ਨਾਲ ਵਿਆਹ ਤੋਂ ਬਾਅਦ, ਬੱਚਾ ਹੋਣ ਤੋਂ ਬਾਅਦ ਤਲਾਕ ਲੈ ਲੈਂਦੀ। ਪਰ ਮੈਨੂੰ ਸਿਰਫ ਔਲਾਦ ਦੇ ਲਈ ਵਿਆਹ ਕਰਨਾ ਸੀ। ਹੁਣ ਤੂੰ ਸ਼ਾਦੀशुदा ਤਾਂ ਮੈਨੂੰ ਇਸ ਗੱਲ ਦੀ ਚਿੰਤਾ ਨਹੀਂ। ਜੇ ਤੇਰਾ ਪਤੀ ਰਾਜੀ ਹੋ ਜਾਵੇ ਤਾਂ ਤੂੰ ਮੇਰੇ ਘਰ ਰਹਿ ਸਕਦੀ ਆ। ਮੇਰਾ ਬੱਚਾ ਪੈਦਾ ਕਰਕੇ ਮੈਨੂੰ ਦੇ ਕੇ ਆਪਣੇ ਘਰ ਜਾ ਸਕਦੀ ਆ। ਪਰ ਉਹਨਾਂ ਟਾਈਮ ਮੈਂ ਤੈਨੂੰ ਆਪਣੇ ਕੋਲ ਰੱਖਾਂਗਾ। ਇਹ ਉਹ ਗੱਲ ਸੀ ਜੋ ਮੇਰੇ ਮਾਲਕ ਨੇ ਮੈਨੂੰ ਕਹੀ ਸੀ। ਪਰ ਹੈਰਾਨੀ ਮੈਨੂੰ ਉਦੋਂ ਹੋਈ ਜਦੋਂ ਮੇਰੇ ਪਤੀ ਨੇ ਕਿਹਾ ਕਿ ਮੈਨੂੰ ਕੋਈ ਇਤਰਾਜ਼ ਨਹੀਂ। ਮੈਨੂੰ ਮੇਰੇ ਪਤੀ ਤੋਂ ਇਹ ਉਮੀਦ ਨਹੀਂ ਸੀ। ਉਹ ਮੈਨੂੰ ਕਿਸੇ ਹੋਰ ਕੋਲ ਇਸ ਤਰ੍ਹਾਂ ਨਹੀਂ ਛੱਡ ਸਕਦਾ ਸੀ। ਪਰ ਕਹਿੰਦੇ ਆ ਕਿ ਪੈਸਾ ਇੱਕ ਅਜਿਹੀ ਚੀਜ਼ ਆ ਜੋ ਇਨਸਾਨ ਨੂੰ ਕੀ ਤੋਂ ਕੀ ਬਣਾ ਦਿੰਦਾ। ਇਸ ਲਈ ਮੈਂ ਜਾ ਕੇ ਅਗਲੇ ਹੀ ਦਿਨ ਮਾਲਕ ਨੂੰ ਆਪਣੇ ਪਤੀ ਦੀ ਰਜ਼ਾਮੰਦੀ ਦੱਸ ਦਿੱਤੀ ਤੇ ਮਾਲਕ ਨੇ ਮੈਨੂੰ ਆਪਣੇ ਘਰ ਲੈ ਗਏ। ਉਹਨਾਂ ਦੀ ਪਤਨੀ ਬਹੁਤ ਖੂਬਸੂਰਤ ਸੀ ਪਰ ਮੈਨੂੰ ਦੇਖ ਕੇ ਆਪਣੇ ਚਿਹਰੇ ਦਾ ਰੰਗ ਗੁੱਸੇ ਨਾਲ ਬਦਲ ਲੈਂਦੀ ਸੀ। ਉਹ ਮੈਨੂੰ ਮਜਬੂਰਨ ਬਰਦਾਸ਼ਤ ਕਰ ਰਹੀ ਸੀ। ਮੈਨੂੰ ਵੀ ਮਾਲਕ ਨਾਲ ਪਿਆਰ ਨਹੀਂ ਸੀ। ਮੇਰਾ ਵੀ ਮਕਸਦ ਪੈਸਾ ਵਸੂਲ ਕਰਨਾ ਸੀ। ਹੁਣ ਮੈਨੂੰ ਸਾਹਿਬ ਨਾਲ ਗਏ ਹੋਏ 2 ਮਹੀਨੇ ਹੋ ਗਏ ਤੇ ਮੈਂ ਉਮੀਦ ਨਾਲ ਹੋ ਗਈ। ਮੈਨੂੰ ਤਾਂ ਖੈਰ ਇਸ ਗੱਲ ਨਾਲ ਕੋਈ ਖਾਸ ਖੁਸ਼ੀ ਹਾਸਲ ਨਹੀਂ ਹੋਈ ਸੀ ਕਿਉਂਕਿ ਮਾਲਕ ਮੇਰੀ ਮਜਬੂਰੀ ਸੀ, ਮੇਰਾ ਪਿਆਰ ਨਹੀਂ। ਮੈਨੂੰ ਹੁਣ ਵੀ ਆਪਣੇ ਪਤੀ ਨਾਲ ਹੀ ਪਿਆਰ ਸੀ ਪਰ ਮਾਲਕ ਬਹੁਤ ਖੁਸ਼ ਸੀ। ਉਹ ਮੇਰਾ ਪਹਿਲਾਂ ਤੋਂ ਵੀ ਬਹੁਤ ਜ਼ਿਆਦਾ ਖਿਆਲ ਰੱਖਣ ਲੱਗਿਆ ਤੇ ਉਸ ਦੀ ਪਤਨੀ ਵੀ ਬਹੁਤ ਖੁਸ਼ ਸੀ। ਉਹ ਮੇਰੇ ਖਾਣ ਪੀਣ ਦਾ ਬਹੁਤ ਖਿਆਲ ਰੱਖਦੀ। ਖੁਦ ਮੈਨੂੰ ਆਪਣੇ ਸਾਹਮਣੇ ਜੂਸ ਪਿਆਉਂਦੀ, ਕਦੇ ਦੁੱਧ ਪਿਆਉਂਦੀ।
ਮੇਰੀਆਂ ਦਵਾਈਆਂ ਮੈਨੂੰ ਸਮੇਂ ਸਿਰ ਦਿੰਦੀ। ਮੈਂ ਤਾਂ ਦਿਨ ਗਿਣ ਕੇ ਗੁਜ਼ਾਰ ਰਹੀ ਸੀ ਤਾਂ ਕਿ ਜਲਦੀ ਤੋਂ ਜਲਦੀ ਬੱਚਾ ਪੈਦਾ ਹੋ ਜਾਵੇ ਤੇ ਮੇਰੀ ਜਾਨ ਛੁੱਟ ਜਾਵੇ। ਮੈਨੂੰ ਪੈਸੇ ਮਿਲਣ ਤੇ ਮੈਂ ਆਪਣੀ ਜ਼ਿੰਦਗੀ ਐਸ਼ੋ ਆਰਾਮ ਨਾਲ ਆਪਣੇ ਪਤੀ ਨਾਲ ਗੁਜ਼ਾਰਾਂ ਤੇ ਫਿਰ ਆਪਣੇ ਪਤੀ ਨਾਲ ਬੱਚਾ ਪੈਦਾ ਕਰਾਂ। ਜਦੋਂ ਵੀ ਮੈਂ ਆਪਣੇ ਪਤੀ ਨੂੰ ਫੋਨ ਕਰਦੀ ਉਹ ਬਹੁਤ ਉਦਾਸ ਜਿਹਾ ਹੋ ਜਾਂਦਾ। ਕਹਿਣ ਲੱਗਦਾ, ਮੈਂ ਤੈਨੂੰ ਕਹਿ ਤਾਂ ਦਿੱਤਾ ਸੀ, ਪਰ ਮੇਰੇ ਤੋਂ ਇਹ ਸਭ ਸਿਹਾ ਨਹੀਂ ਜਾ ਰਿਹਾ। ਮੈਨੂੰ ਅਫਸੋਸ ਹੋ ਰਿਹਾ। ਇਹ ਕੋਈ ਮਾਮੂਲੀ ਜਿਹੀ ਗੱਲ ਹਰਗਿਜ਼ ਨਹੀਂ ਸੀ। ਮੈਂ ਉਸ ਨੂੰ ਕਹਿੰਦੀ, ਹੁਣ ਤਾਂ ਬਹੁਤ ਘੱਟ ਸਮਾਂ ਰਹਿ ਗਿਆ, ਹੁਣ ਕਿਉਂ ਦਿਲ ਛੋਟਾ ਕਰ ਰਹੀ ਹੋ? ਬਸ ਕੁਝ ਹੀ ਮਹੀਨਿਆਂ ਦੀ ਗੱਲ ਆ। ਜਿਵੇਂ ਹੀ ਬੱਚਾ ਹੋਵੇਗਾ ਮੈਂ ਤੁਹਾਡੇ ਕੋਲ ਆ ਜਾਵਾਂਗੀ ਤੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਅਸੀਂ ਬਹੁਤ ਸੁੰਦਰ ਜਿਹਾ ਘਰ ਖਰੀਦਾਂਗੇ ਜਿਸ ਵਿੱਚ ਹਰ ਐਸ਼ੋ ਆਰਾਮ ਹੋਣਗੇ। ਗੱਡੀ ਲਿਆਵਾਂਗੇ, ਘੁੰਮਾਂਗੇ ਫਿਰਾਂਗੇ। ਮੇਰੀ ਗੱਲ ਸੁਣ ਕੇ ਉਹ ਫੋਨ ਬੰਦ ਕਰ ਦਿੰਦਾ। ਮੇਰੀਆਂ ਅੱਖਾਂ ਵਿੱਚ ਤਾਂ ਜਿਵੇਂ ਉਹ ਸੁਪਨਾ ਸਜਣ ਲੱਗਦਾ ਸੀ। ਜਿਵੇਂ ਜਿਵੇਂ ਸਮਾਂ ਗੁਜ਼ਰ ਰਿਹਾ ਸੀ ਮੈਂ ਇਹੀ ਸੋਚਦੀ ਰਹਿੰਦੀ ਕਿ 2 ਕਰੋੜ ਮੈਨੂੰ ਕਿਵੇਂ ਖਰਚ ਕਰਨੇ ਹਨ। ਫਿਰ ਉਹ ਸਮਾਂ ਵੀ ਆ ਗਿਆ। ਮੇਰਾ ਇੰਤਜ਼ਾਰ ਖਤਮ ਹੋ ਗਿਆ ਤੇ ਮੈਂ ਇੱਕ ਮੁੰਡੇ ਨੂੰ ਜਨਮ ਦਿੱਤਾ। ਬੱਚਾ ਹੁੰਦੇ ਹੀ ਮੈਂ ਬੱਚੇ ਨੂੰ ਮਾਲਕ ਦੇ ਹਵਾਲੇ ਕਰ ਦਿੱਤਾ ਤੇ ਖੁਦ ਆਪਣੇ ਪਤੀ ਦੇ ਕੋਲ ਚਲੀ ਆਈ। ਪਰ ਘਰ ਦੇ ਦਰਵਾਜ਼ੇ ਤੇ ਦਸਤਕ ਦਿੰਦੇ ਹੀ ਮੇਰੇ ਹੱਥ ਸੱਕ ਗਏ, ਪਰ ਕਿਸੇ ਨੇ ਦਰਵਾਜ਼ਾ ਹੀ ਨਹੀਂ ਖੋਲ੍ਹਿਆ। ਮੈਂ ਮੂਹਰੇ ਵਾਲਿਆਂ ਨੂੰ ਕਿਹਾ ਦਰਵਾਜ਼ਾ ਤੋੜ ਦੇਣ। ਮੈਨੂੰ ਪਤਾ ਸੀ ਕਿ ਮੇਰਾ ਪਤੀ ਇਸ ਸਮੇਂ ਘਰ ਵਿੱਚ ਹੀ ਹੈ, ਕਿਤੇ ਨਹੀਂ ਜਾਂਦਾ। ਫਿਰ ਉਹ ਕਿਉਂ ਦਰਵਾਜ਼ਾ ਨਹੀਂ ਖੋਲ੍ਹ ਰਿਹਾ? ਦਰਵਾਜ਼ਾ ਟੁੱਟਦੇ ਹੀ ਜਦੋਂ ਮੈਂ ਅੰਦਰ ਦੇਖਿਆ ਤਾਂ ਮੈਨੂੰ ਲੱਗਿਆ ਜਿਵੇਂ ਮੇਰੀ ਦੁਨੀਆ ਹੀ ਖਤਮ ਹੋ ਗਈ ਹੋਵੇ। ਮਰੇ ਜਿਹੇ ਸਰੀਰ ਨਾਲ ਅੰਦਰ ਭੱਜੀ ਸਾਹਮਣੇ ਮੇਰਾ ਪਤੀ ਬੇਸੁੱਧ ਪਿਆ ਸੀ। ਮੈਂ ਚੀਕਣਾ ਚਲਾਉਣਾ ਸ਼ੁਰੂ ਕਰ ਦਿੱਤਾ, ਪਰ ਬਹੁਤ ਦੇਰ ਹੋ ਚੁੱਕੀ ਸੀ। ਉਹ ਮੇਰਾ ਗਮ ਬਰਦਾਸ਼ਤ ਨਹੀਂ ਕਰ ਪਾਇਆ ਤੇ ਇਸ ਦੁਨੀਆ ਤੋਂ ਚਲਾ ਗਿਆ। ਮੈਂ ਰੋਂਦੇ ਹੋਏ 4 ਦਿਨ ਗੁਜ਼ਾਰ ਦਿੱਤੇ। ਮੇਰੇ ਕੋਲ ਕੋਈ ਰਸਤਾ ਨਹੀਂ ਬਚਿਆ ਸੀ ਸਿਵਾਏ ਉਸ ਦੇ ਕਿ ਮੈਂ ਮਾਲਕ ਕੋਲ ਚਲੀ ਜਾਵਾਂ। ਉਸ ਨੂੰ ਕੀ ਕਹਿੰਦੀ? ਉਹ ਮੈਨੂੰ ਸਹਾਰਾ ਦੇਣ, ਕਿਉਂਕਿ ਮੈਂ ਉਸ ਦੇ ਬੱਚੇ ਦੀ ਮਾਂ ਹਾਂ। ਪਰ ਜਿਵੇਂ ਹੀ ਮੈਂ ਮਾਲਕ ਦੇ ਘਰ ਪਹੁੰਚੀ, ਮਾਲਕ ਬਹੁਤ ਖੁਸ਼ ਸੀ। ਆਪਣੀ ਪਤਨੀ ਨੂੰ ਆਪਣੇ ਗਲ ਲਗਾ ਕੇ ਬੱਚੇ ਨੂੰ ਗੋਦੀ ਵਿੱਚ ਉਠਾ ਕੇ ਪਿਆਰ ਕਰ ਰਿਹਾ ਸੀ। ਮੈਨੂੰ ਦੇਖ ਕੇ ਮੁਸਕਰਾਉਣ ਲੱਗਿਆ। ਕਹਿਣ ਲੱਗਿਆ, ਬਹੁਤ ਜਲਦੀ ਸੀ ਤੈਨੂੰ ਆਪਣੇ ਪਤੀ ਕੋਲ ਜਾਣ ਦੀ। ਆਪਣੇ 2 ਕਰੋੜ ਦਾ ਚੈੱਕ ਤਾਂ ਲੈ ਜਾਂਦੀ ਜਿਸ ਦੀ ਖਾਤਰ ਤੂੰ ਇਹ ਸਭ ਕੀਤਾ। ਉਸ ਨੇ ਉਸ ਤੋਂ 2 ਕਰੋੜ ਦਾ ਚੈੱਕ ਜੇਬ ਚੋਂ ਕੱਢ ਕੇ ਮੈਨੂੰ ਦੇ ਦਿੱਤਾ ਤੇ ਨਾਲ ਹੀ ਇੱਕ ਪੇਪਰ ਵੀ। ਕਹਿਣ ਲੱਗਿਆ, ਇਹ ਤੇਰੀ ਆਜ਼ਾਦੀ ਦਾ ਫਰਮਾਨ ਆ। ਇਹ ਉਹ ਪੇਪਰ ਸੀ ਜਿਸ ਤੇ ਅਸੀਂ ਐਗਰੀਮੈਂਟ ਸਾਈਨ ਕੀਤਾ ਸੀ ਕਿ ਮੈਂ ਬੱਚਾ ਪੈਦਾ ਕਰਨ ਤੋਂ ਬਾਅਦ ਆਪਣੇ ਘਰ ਚਲੀ ਜਾਵਾਂਗੀ ਇਹਨਾਂ ਨੂੰ ਬੱਚਾ ਦੇ ਕੇ। ਜਦੋਂ ਉਹਨਾਂ ਨੇ ਇਹ ਸਭ ਕਿਹਾ ਤੇ ਇਹ ਸੁਣ ਕੇ ਮੇਰੇ ਦਿਮਾਗ ਤੇ ਧਮਾਕਾ ਹੋਣ ਲੱਗਿਆ। ਪੈਸੇ ਤਾਂ ਆ ਗਏ, ਪਰ ਮੈਂ ਬੇਸਹਾਰਾ ਹੋ ਗਈ, ਇਕੱਲੀ ਰਹਿ ਗਈ। ਜਿਸ ਦੀ ਖਾਤਰ ਮੈਂ ਇੰਨਾ ਵੱਡਾ ਕਦਮ ਉਠਾਇਆ, ਨਾ ਤਾਂ ਉਹ ਪਤੀ ਰਿਹਾ ਤੇ ਨਾ ਹੀ ਮੈਂ ਮਾਲਕ ਨਾਲ ਉਸ ਦੇ ਘਰ ਵਿੱਚ ਰਹਿ ਸਕਦੀ ਸੀ। ਇਸ ਲਾਲਚ ਨੇ ਮੈਨੂੰ ਮੇਰੇ ਤੋਂ ਹੀ ਖੋਹ ਲਿਆ ਸੀ। ਇਸ ਲਈ ਹੀ ਕਹਿੰਦੇ ਆ ਕਿ ਇਨਸਾਨ ਨੂੰ ਲਾਲਚ ਵਿੱਚ ਕੋਈ ਕਦਮ ਨਹੀਂ ਉਠਾਉਣਾ ਚਾਹੀਦਾ। ਦੋਸਤੋ, ਕੀ ਇਸ ਵਿੱਚ ਸਿਰਫ ਮੇਰੀ ਗਲਤੀ ਸੀ? ਤੇ ਮੈਂ ਹੁਣ ਆਪਣੀ ਜ਼ਿੰਦਗੀ ਕਿਵੇਂ ਕੱਟਾਂ, ਕੀ ਕਰਾਂ ਤੇ ਕਿੱਥੇ ਜਾਵਾਂ? ਕਮੈਂਟ ਬਾਕਸ ਵਿੱਚ ਤੁਸੀਂ ਹੀ ਮੈਨੂੰ ਦੱਸੋ ਕਿ ਮੈਨੂੰ ਕੀ ਕਰਨਾ ਚਾਹੀਦਾ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।